ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਮਹਾਰਾਜ ਸਮਝਾਉਂਦੇ, ਹਰ ਕਿਰਪਾ ਕਰ, ਸਤਿਗੁਰ ਮੇਲ ਸੁਖਦਾਤਾ ਰਾਮ। ਜਿਵੇਂ ਕੱਲ ਵੀ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਆਪ ਸਾਰੇ ਗੁਰਮੁਖਾਂ ਨੇ ਰਲ ਕੇ ਵਿਚਾਰ ਕੀਤੀ ਸੀ ਕਿ ਸਤਿਗੁਰੂ ਜਿਵੇਂ ਕਿ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਹਨ, ਉਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਵੀ ਹਨ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਕਿ ਸਰੀਰਕ ਰੂਪ ਵਿੱਚ ਵੀ ਹਰ ਇੱਕ ਜੀਵ ਨੂੰ ਕੋਈ ਨਾ ਕੋਈ ਗੁਰੂ ਧਾਰਨ ਕਰਨ ਦੀ ਲੋੜ ਹੁੰਦੀ ਹੈ। ਹਰ ਇੱਕ ਜੀਵ ਨੂੰ ਸਤਿਗੁਰੂ ਧਾਰਨ ਕਰਨ ਦੀ ਲੋੜ ਹੁੰਦੀ ਹੈ। ਲੇਕਿਨ ਸਤਿਗੁਰੂ ਗੁਰਬਾਣੀ ਦੇ ਵਿੱਚ ਆਪਾਂ ਨੂੰ ਇਹ ਗਿਆਨ ਬਖਸ਼ਿਸ਼ ਕਰਦੇ ਹਨ ਕਿ ਉਹ ਜਿਹੜਾ ਗੁਰੂ ਹੈ, ਉਸ ਗੁਰੂ ਨੂੰ ਆਪਾਂ ਧਾਰਨਾ ਹੈ ਜਿਹੜਾ ਸਾਨੂੰ ਉਸ ਨਿਰੰਕਾਰ ਪਰਮਾਤਮਾ ਦੀ ਗੱਲ ਦੱਸੇ ਤੇ ਨਾਲ ਉਹਦੇ ਮਿਲਾਪ ਦਾ ਰਸਤਾ ਵੀ ਸਮਝਾਵੇ। ਕਿਉਂਕਿ ਕਲਾਸ ਵਿੱਚ ਜਾਂਦੇ ਹਾਂ, ਟੀਚਰ ਹੁੰਦਾ, ਉਹ ਵੀ ਸਾਡਾ ਗੁਰੂ ਹੁੰਦਾ ਹੈ। ਜਦੋਂ ਅਸੀਂ ਸੰਸਾਰ ਵਿੱਚ ਜਨਮ ਲੈਂਦੇ ਹਾਂ, ਸਾਡਾ ਮਾਤਾ ਪਿਤਾ ਵੀ ਸਾਡਾ ਗੁਰੂ ਹੁੰਦਾ ਹੈ। ਇਸੇ ਤਰ੍ਹਾਂ ਪਾਤਸ਼ਾਹ ਗੁਰਬਾਣੀ ਵਿੱਚ ਸਮਝਾਉਂਦੇ ਕਿ ਨਿਰੰਕਾਰ ਪਰਮਾਤਮਾ ਦਾ ਗਿਆਨ ਲੈਣ ਵਾਸਤੇ ਵੀ ਆਪਾਂ ਨੂੰ ਗੁਰੂ ਧਾਰਨ ਕਰਨ ਦੀ ਜ਼ਰੂਰਤ ਹੁੰਦੀ ਹੈ। ਜਿਵੇਂ ਕਿ ਪਹਿਲੇ ਸਮਿਆਂ ਵਿੱਚ ਜਦੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਆਗਮਨ ਨਹੀਂ ਸੀ, ਭਗਤਾਂ ਦੇ ਵੇਲੇ ਵੀ ਭਗਤਾਂ ਨੂੰ ਇੱਕ ਨਾ ਕੋਈ ਗੁਰੂ ਧਾਰਨ ਕਰਨਾ ਪਿਆ। ਸਤਿਗੁਰੂ ਸਮਝਾ ਰਹੇ ਆਪਾਂ ਨੂੰ ਵੀ ਗੁਰਬਾਣੀ ਵਿੱਚ ਕਿ ਉਹ ਗੁਰੂ ਧਾਰਨ ਕਰੋ ਜਿਹੜਾ ਉਸ ਪਰਮਾਤਮਾ ਸੱਚ ਨੂੰ ਦ੍ਰਿੜ ਕਰਾ ਦੇਵੇ ਤੇ ਜਿਹੜਾ ਉਸ ਅਕਥ ਦੇ ਨਾਲ ਤੁਹਾਡਾ ਮਿਲਾਪ ਕਰਵਾ ਦੇਵੇ ਤੇ ਮਿਲਾਪ ਕਰਨ ਦਾ ਰਸਤਾ ਵੀ ਆਪ ਜੀਆਂ ਨੂੰ ਸਮਝਾ ਦੇਵੇ। ਮਹਾਰਾਜ ਗੁਰਬਾਣੀ ਸਮਝਾਉਣਾ ਕਰਦੇ, ਕਹਿੰਦੇ ਸੋ ਗੁਰ ਕਰੋ ਜੋ ਸੱਚ ਦ੍ਰਿੜਾਵੈ, ਅਕਥ ਕਥਾਵੈ ਸ਼ਬਦ ਮਿਲਾਵੈ। ਜਿਸ ਸ਼ਬਦ ਤੋਂ ਸਾਡੀ ਸੁਰਤ ਉਸ ਨਾਦ ਅਨਹਦ ਤੋਂ ਟੁੱਟੀ ਹੋਈ ਹੈ, ਜਿਹੜਾ ਸਾਨੂੰ ਉਹ ਅਨਹਦ ਨਾਦ ਦਾ ਭੇਤ ਦੇ ਕੇ ਉਹ ਸੁਣਾ ਦੇਵੇ, ਮਹਾਰਾਜ ਕਹਿੰਦੇ ਐਸਾ ਗੁਰੂ ਆਪਾਂ ਸੰਸਾਰ ਦੇ ਵਿੱਚ ਧਾਰਨ ਕਰਨਾ ਹੈ। ਇੱਥੇ ਵੀ ਸਤਿਗੁਰੂ ਕਿਰਪਾ ਕਰਦੇ ਹਨ। ਉਸ ਪਰਮਾਤਮਾ ਦੇ ਅੱਗੇ ਇੱਕ ਬੇਨਤੀ ਕੀਤੀ ਜਾ ਰਹੀ ਕਿ ਐ ਹਰੀ ਕਿਰਪਾ ਕਰੋ, ਕੋਈ ਐਸਾ ਸਤਿਗੁਰੂ ਸਾਨੂੰ ਮਿਲ ਜਾਵੇ, ਕੋਈ ਗੁਰੂ ਸਾਨੂੰ ਐਸਾ ਮਿਲ ਜਾਵੇ ਕਿ ਜਿਹਦੇ ਮਿਲਣ ਦੇ ਨਾਲ ਮੇਰੇ ਮਨ ਤੇ ਤਨ ਨੂੰ ਵੀ ਸੁੱਖ ਮਿਲੇ। ਹੁਣ ਆਪਾਂ ਉਸ ਸਤਿਗੁਰ ਤੋਂ ਕੀ ਪੁੱਛਣਾ ਤੇ ਸਤਿਗੁਰ ਕਿਉਂ ਸਾਨੂੰ ਚਾਹੀਦਾ, ਗੁਰੂ ਕਿਉਂ ਸਾਨੂੰ ਚਾਹੀਦਾ। ਇੱਥੇ ਸਤਿਗੁਰੂ ਗੁਰਬਾਣੀ ਵਿੱਚ ਸਮਝਾ ਰਹੇ ਹਨ ਕਿ ਆਪਾਂ ਉਸ ਸਤਿਗੁਰੂ ਕੋਲੋਂ, ਜੇ ਸਾਡੇ ਅੰਦਰ ਪਰਮਾਤਮਾ ਨੂੰ ਮਿਲਣ ਦੀ ਤੜਫ ਹੈ, ਜੇ ਸਾਡੇ ਬਾਣੀ ਦੁਆਰਾ ਸਮਝਾ ਰਹੇ ਹਨ, ਕਹਿੰਦੇ ਸਤਿਗੁਰੂ ਪਾਸ ਹਰ ਬਾਤ ਪੁੱਛਾਂ, ਜਿਨ ਨਾਮ ਪਦਾਰਥ ਪਾਇਆ। ਕਹਿੰਦੇ ਐਸੇ ਸਤਿਗੁਰੂ ਕੋਲੋਂ ਪੁੱਛਾਂ ਜਿਹਦੇ ਕੋਲ ਪਹਿਲੋਂ ਹੀ ਨਾਮ ਦਾ ਖਜ਼ਾਨਾ ਮੌਜੂਦ ਹੈ, ਜਿਸ ਗੁਰੂ ਦੇ ਕੋਲ ਪਹਿਲੋਂ ਹੀ ਉਹ ਅਨਹਦ ਬਾਣੀ ਦਾ ਖਜ਼ਾਨਾ ਮੌਜੂਦ ਹੈ। ਤਾਂ ਹੀ ਤਾਂ ਮਹਾਰਾਜ ਗੁਰਬਾਣੀ ਵਿੱਚ ਆਪਾਂ ਨੂੰ ਗਿਆਨ ਬਖਸ਼ਿਸ਼ ਕਰਦੇ ਹਨ ਕਿ ਉਸ ਅਨਹਦ ਬਾਣੀ ਦਾ ਖਜ਼ਾਨਾ, ਉਸ ਅਨਹਦ ਬਾਣੀ ਦੀ ਪੂੰਜੀ ਜਿਹੜੀ ਹੁੰਦੀ ਹੈ, ਪੂਰਨ ਸਤਿਗੁਰੂ, ਪੂਰਨ ਗੁਰੂ ਜਾਂ ਪੂਰਨ ਜਿਹੜਾ ਸੰਤ ਹੁੰਦਾ ਹੈ, ਉਹਦੇ ਕੋਲ ਹੁੰਦੀ ਹੈ ਚਾਬੀ ਇਸ ਅਨਹਦ ਬਾਣੀ ਦੀ। ਤਾਂ ਹੀ ਮਹਾਰਾਜ ਗੁਰਬਾਣੀ 'ਚ ਆਪਾਂ ਨੂੰ ਗਿਆਨ ਬਖਸ਼ਿਸ਼ ਕਰਦੇ ਨੇ, ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਕੁੰਜੀ। ਕਿਉਂਕਿ ਐਸੇ ਗੁਰਮੁਖਾਂ ਨੂੰ, ਐਸੇ ਸੰਤਾਂ ਨੂੰ ਨਵਾਜ ਕੇ ਸੰਸਾਰ 'ਚ ਭੇਜਿਆ ਜਾਂਦਾ ਹੈ ਜੀਵਾਂ ਤੇ ਪਰਉਪਕਾਰ ਕਰਨ ਵਾਸਤੇ, ਜਿਹੜੇ ਉਸ ਹਰੀ ਪਰਮਾਤਮਾ ਨਿਰੰਕਾਰ ਨੂੰ ਭੁੱਲ ਚੁੱਕੇ ਹੁੰਦੇ ਨੇ। ਹੁਣ ਮਹਾਰਾਜ ਇੱਥੇ ਵੀ ਸਮਝਾਉਂਦੇ, ਕਹਿੰਦੇ ਸਤਿਗੁਰ ਪਾਸ ਹਰ ਬਾਤ ਪੁੱਛਾਂ, ਜਿਨੀ ਨਾਮ ਪਦਾਰਥ ਪਾਇਆ। ਕਹਿੰਦੇ ਮੈਂ ਐਸੇ ਸਤਿਗੁਰ ਦੇ ਕੋਲੋਂ ਇਹ ਪੁੱਛਣਾ ਕਿ ਤੁਸੀਂ ਨਾਮ ਦਾ ਖਜ਼ਾਨਾ ਕਿਵੇਂ ਪਾਇਆ। ਸਾਨੂੰ ਵੀ ਜੁਗਤ ਦੱਸੋ, ਸਾਡੇ ਤੇ ਵੀ ਕਿਰਪਾ ਕਰੋ, ਰਹਿਮਤ ਕਰਕੇ ਸਾਨੂੰ ਵੀ ਸਮਝਾਉਣਾ ਕਰੋ ਕਿ ਤੁਸੀਂ ਇਹ ਨਾਮ ਦਾ ਖਜ਼ਾਨਾ ਉਸ ਪਰਮਾਤਮਾ ਤੋਂ ਕਿਵੇਂ ਪਾ ਲਿਆ। ਫਿਰ ਮਹਾਰਾਜ ਸਾਨੂੰ ਅੱਗੇ ਸਮਝਾਉਣਾ ਕਰਦੇ, ਕਹਿੰਦੇ ਹਾਂ
ਜਦੋਂ ਸਾਡੇ ਉੱਪਰ ਕੋਈ ਮੁਸੀਬਤ ਆਉਂਦੀ ਹੈ, ਕੋਈ ਦੁੱਖ ਆਉਂਦਾ ਹੈ, ਉਸ ਵੇਲੇ ਸਾਨੂੰ ਪਰਮਾਤਮਾ ਯਾਦ ਆਉਂਦਾ ਹੈ। ਇਹ ਹਕੀਕਤ ਹੈ ਸੰਸਾਰ ਦੀ, ਸਾਡੇ ਜੀਵਾਂ ਦੀ, ਸਾਡੀ ਹਕੀਕਤ ਹੈ ਕਿ ਜਦੋਂ ਸੁੱਖ ਹੈ ਉਦੋਂ ਮੈਂ ਮੇਰੀ, ਉਦੋਂ ਸਿਰਫ ਇੱਕ ਪਦਾਰਥ ਚੜਾਉਣ ਵਾਸਤੇ ਸਤਿਗੁਰ ਦੇ ਗੁਰੂ ਘਰ ਚਲੇ ਜਾਂਦੇ ਹਾਂ। ਜਦੋਂ ਦੁੱਖ ਆਉਂਦਾ ਹੈ ਫਿਰ ਅਸੀਂ ਉਸ ਮਾਲਕ ਨੂੰ ਯਾਦ ਕਰਦੇ ਹਾਂ। ਦੁੱਖ ਤੋਂ ਬਗੈਰ ਕਦੀ ਵੀ ਆਸਾ ਨਿਰੰਕਾਰ ਨੂੰ ਯਾਦ ਨਹੀਂ ਕਰਦੇ। ਮਹਾਰਾਜ ਅੱਗੇ ਗੁਰਬਾਣੀ ਵਿੱਚ ਸਮਝਾ ਰਹੇ, ਕਹਿੰਦੇ ਸੋਈ ਭਗਤ ਦੁੱਖ ਸੁੱਖ ਸਮਤ। ਸਮਤ ਦਾ ਭਾਵ ਇੱਕੋ ਜਿਹਾ। ਮਹਾਰਾਜ ਕਹਿੰਦੇ ਅਸਲੀ ਭਗਤ ਉਹ ਹੈ ਜਿਹੜਾ ਦੁੱਖ ਨੂੰ ਤੇ ਸੁੱਖ ਨੂੰ ਇੱਕੋ ਜਿਹਾ ਕਰਕੇ ਜਾਣਦਾ ਹੈ। ਦੁੱਖ ਆਉਂਦਾ ਹੈ ਤਾਂ ਵੀ ਉਹਦੀ ਰਜਾ ਵਿੱਚ ਖੁਸ਼ ਰਹਿੰਦਾ ਹੈ। ਸੁੱਖ ਵੀ ਆਏਗਾ, ਜੇ ਅੱਜ ਸੁੱਖ ਹੈ ਕੱਲ ਨੂੰ ਦੁੱਖ ਵੀ ਆ ਸਕਦਾ ਹੈ। ਕਿਉਂਕਿ ਜੇ ਸਾਨੂੰ ਤਨ ਦਾ ਰੋਗ ਲੱਗਦਾ ਏ ਤੇ ਆਪਾਂ ਹਾਏ ਹਾਏ ਕਰਦੇ ਹਾਂ। ਕਈ ਵਾਰ ਪਰਮਾਤਮਾ ਨੂੰ ਸੰਸਾਰ ਦੇ ਜੀਵ ਦੋਸ਼ ਵੀ ਦਿੰਦੇ ਨੇ ਕਿ ਮੈਂ ਤੇਰੀ ਇੰਨੀ ਗੁਰਬਾਣੀ ਪੜ੍ਹਦਾ ਹਾਂ ਜਾਂ ਪੜ੍ਹਦੀ ਹਾਂ, ਮੈਂ ਤੇਰਾ ਇੰਨਾ ਸਿਮਰਨ ਕਰਦਾ ਹਾਂ ਜਾਂ ਕਰਦੀ ਹਾਂ, ਫਿਰ ਵੀ ਮੈਨੂੰ ਸਰੀਰਕ ਦੁੱਖ ਕਿਉਂ ਲੱਗਾ। ਲੇਕਿਨ ਜਿਹੜਾ ਭਗਤ ਹੁੰਦਾ ਹੈ, ਜਿਹੜਾ ਨਾਮ ਜਪਦਾ ਹੈ, ਜਿਹੜਾ ਸਿਮਰਨ ਕਰਦਾ ਹੈ, ਜਿਹੜਾ ਇਸ ਗੱਲ ਨੂੰ ਸਮਝ ਜਾਂਦਾ ਹੈ ਕਿ ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ, ਕਿ ਇਹ ਤਾਂ ਇੱਕ ਕੱਪੜੇ ਦੇ ਵਾਂਗ ਹੈ। ਜੇ ਦੁੱਖ ਦਾ ਕੱਪੜਾ ਆਇਆ ਹੈ ਤਾਂ ਆਪੇ ਲੱਥ ਜਾਏਗਾ, ਸੁੱਖ ਦਾ ਪੈ ਜਾਏਗਾ। ਜੇ ਸੁੱਖ ਦਾ ਕੱਪੜਾ ਆਇਆ ਹੈ ਤੇ ਕੱਲ ਨੂੰ ਦੁੱਖ ਦਾ ਕੱਪੜਾ ਪਾਉਣ ਵਾਸਤੇ ਵੀ ਸਾਨੂੰ ਹਮੇਸ਼ਾ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਹੈ। ਹੁਣ ਸਤਿਗੁਰੂ ਗੁਰਬਾਣੀ ਵਿੱਚ ਸਮਝਾ ਰਹੇ ਕਿ ਉਸ ਮਾਲਕ ਨੇ ਤੁਹਾਨੂੰ ਮਾਨਸ ਜਾਮਾ ਦੇ ਕੇ ਸੰਸਾਰ ਦੇ ਵਿੱਚ ਭੇਜਿਆ, ਤੁਹਾਨੂੰ ਮਨੁੱਖਾ ਸਰੀਰ ਦਿੱਤਾ, ਤੇ ਆਪਣੇ ਸਰੀਰ ਤੋਂ ਪੁੱਛੋ, ਕਦੀ ਬੈਠ ਕੇ ਇਕਾਂਤ ਦੇ ਵਿੱਚ ਆਪਣੇ ਸਰੀਰ ਨੂੰ ਪੁੱਛੋ ਕਿ ਜਿਸ ਪਰਮਾਤਮਾ ਨੇ ਤੇਰੀ ਰਚਨਾ ਰਚੀ, ਜਿਸ ਪਰਮਾਤਮਾ ਨੇ ਇਹ ਸਰੀਰ ਬਣਾਇਆ, ਕੀ ਕਦੀ ਉਸ ਪਰਮਾਤਮਾ ਨੂੰ ਤੂੰ ਆਪਣੇ ਮਨ ਦੇ ਵਿੱਚ ਵਸਾਇਆ? ਤਾਂ ਹੀ ਤੇ ਪਾਤਸ਼ਾਹ ਗੁਰਬਾਣੀ ਵਿੱਚ ਆਪਾਂ ਨੂੰ ਗਿਆਨ ਬਖਸ਼ਿਸ਼ ਕਰਦੇ, ਇਹ ਸਰੀਰਾ ਮੇਰਿਆ ਇਸ ਜਗ ਮੇ ਆਏ ਕੇ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ, ਜਾਂ ਤੂੰ ਜਗ ਮੇ ਆਇਆ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਮਹਾਰਾਜ ਕਹਿੰਦੇ ਕਿ ਜਿਸ ਪਰਮਾਤਮਾ ਨੇ ਤੇਰੀ ਰਚਨਾ ਕੀਤੀ, ਸਰੀਰਾ ਤੈਨੂੰ ਬਣਾਇਆ, ਤੂੰ ਅਜੇ ਤੱਕ ਉਸ ਪਰਮਾਤਮਾ ਨਿਰੰਕਾਰ ਨੂੰ ਆਪਣੇ ਅੰਦਰ ਵਸਾਇਆ ਹੀ ਨਹੀਂ। ਕਿਉਂ? ਕਿਉਂਕਿ ਸਾਨੂੰ ਪਰਮਾਤਮਾ ਦਾ ਭੇਤ ਨਹੀਂ। ਆਪਾਂ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੰਗਤ ਵਿੱਚ ਆ ਕੇ ਨਿਰੰਕਾਰ ਦਾ ਭੇਤ ਨਹੀਂ ਲੈਂਦੇ। ਇਸੇ ਕਰਕੇ ਮਹਾਰਾਜ ਸਾਨੂੰ ਇਸੇ ਪੰਕਤੀ ਵਿੱਚ ਵੀ ਸਮਝਾ ਰਹੇ, ਸੋਈ ਭਗਤ ਦੁੱਖ ਸੁੱਖ ਸਮਤ ਕਰ ਜਾਣੈ, ਹਰ ਹਰ ਨਾਮ ਹਰ ਰਾਤਾ। ਲੇਕਿਨ ਕੌਣ ਜਾਣੂਗਾ ਕਿ ਦੁੱਖ ਤੇ ਸੁੱਖ ਦੋਵੇਂ ਇੱਕੋ ਜਿਹੇ ਨੇ? ਮਹਾਰਾਜ ਕਹਿੰਦੇ ਜਿਹੜਾ ਉਹ ਜੀਵ ਉਸ ਨਾਮ ਵਿੱਚ ਰੰਗਿਆ ਰਹਿੰਦਾ ਹੈ, ਜਿਹੜਾ ਜੀਵ ਪਰਮਾਤਮਾ ਦੀ ਭਗਤ ਵਿੱਚ, ਪਰਮਾਤਮਾ ਦੇ ਸਿਮਰਨ ਵਿੱਚ ਰੰਗਿਆ ਰਹਿੰਦਾ ਹੈ, ਮੁਖ ਕਰਕੇ ਨਹੀਂ, ਮਨ ਕਰਕੇ। ਕਿਉਂ? ਕਿਉਂਕਿ ਬਹੁਤੇ ਜੀਵ ਸੰਸਾਰ ਦੇ ਸਿਰਫ ਮੁਖ ਤੋਂ ਹੀ ਵਾਹਿਗੁਰੂ ਵਾਹਿਗੁਰੂ ਕਰਦੇ ਨੇ। ਲੇਕਿਨ ਮਹਾਰਾਜ ਕਹਿੰਦੇ ਮੁਖ ਤੋਂ ਵਾਹਿਗੁਰੂ ਕਰਨ ਨਾਲ ਗੱਲ ਨਹੀਂ ਬਣਨੀ, ਇਸ ਨੂੰ ਹਿਰਦੇ ਦੇ ਅੰਦਰ ਵੀ ਲੈ ਕੇ ਜਾਣਾ। ਜਿਵੇਂ ਪਹਿਲੋਂ ਵੀ ਵਿਚਾਰ ਕਰਦੇ ਆਪਾਂ ਕਿ ਇਹ ਇੱਕ ਦਵਾਈ ਹੈ, ਸੰਸਾਰ ਰੋਗੀ ਨਾਮ ਦਾਰੂ। ਸਾਰੇ ਸੰਸਾਰ ਨੂੰ ਜੰਮਣ ਤੇ ਮਰਨ ਦਾ ਰੋਗ ਲੱਗਾ ਹੈ, ਨਾਮ ਦਵਾਈ ਹੈ। ਜੇ ਦਵਾਈ ਆਪਾਂ ਮੂੰਹ ਚ ਪਾ ਕੇ ਹੀ ਬਾਹਰ ਨੂੰ ਥੁੱਕੀ ਗਏ, ਮੂੰਹ ਚ ਪਾ ਕੇ ਹੀ ਬਾਹਰ ਕੱਢੀ ਗਏ, ਅੰਦਰ ਪਹੁੰਚਾਈ ਨਹੀਂ, ਤੇ ਮਹਾਰਾਜ ਕਹਿੰਦੇ ਜੰਮਣ ਤੇ ਮਰਨ ਤੋਂ ਸਾਡਾ ਉਧਾਰ ਨਹੀਂ ਹੋ ਸਕਦਾ। ਕਿਉਂਕਿ ਸਤਿਗੁਰੂ ਗੁਰਬਾਣੀ ਚ ਆਪਾਂ ਨੂੰ ਗਿਆਨ ਬਖਸ਼ਿਸ਼ ਕਰਦੇ ਨੇ, ਜੇ ਕੋ ਖਾਵੈ ਜੇ ਕੋ ਪੁੰਚੈ ਤਿਸਕਾ ਹੋਏ ਆਧਾਰੂ। ਮਹਾਰਾਜ ਕਹਿੰਦੇ ਜਿਹੜਾ ਖਾ ਕੇ ਪਚਾ ਲੈਂਦਾ ਇਸ ਦਵਾਈ ਨੂੰ, ਅੰਦਰ ਹਿਰਦੇ ਤੱਕ ਲੈ ਕੇ ਜਾਂਦਾ, ਉਸ ਜੀਵ ਦਾ ਉਧਾਰ ਹੋ ਸਕਦਾ ਜੰਮਣ ਤੇ ਮਰਨ ਤੋਂ। ਫਿਰ ਮਹਾਰਾਜ ਆਪਾਂ ਨੂੰ ਅੱਗੇ ਸਮਝਾ ਰਹੇ, ਕਹਿੰਦੇ ਹਰ ਕਿਰਪਾ ਕਰ, ਗੁਰ ਸਤਿਗੁਰ ਮੇਲ ਸੁਖ ਦਾਤਾ। ਕਹਿੰਦੇ ਸੁਣ ਗੁਰਮੁਖ ਨਾਮ, ਸਭ ਬਿਨਸੈ ਹਉਮੈ ਪਾਪਾ ਰਾਮ। ਕਹਿੰਦੇ ਜਦੋਂ ਫਿਰ ਐਸੇ ਸਤਿਗੁਰ ਦੀ, ਐਸੇ ਗੁਰੂ ਦੀ ਸ਼ਰਨ ਵਿੱਚ ਆਪਾਂ ਗਏ, ਸਾਨੂੰ ਨਾਮ ਦੀ, ਸਿਮਰਨ ਦੀ, ਗੁਰਮੰਤਰ ਦੀ ਦਾਤ ਬਖਸ਼ਿਸ਼ ਹੋਈ। ਫਿਰ ਜਦੋਂ ਜਪਿਆ, ਜਪਣ ਤੋਂ ਬਾਅਦ ਜਦੋਂ ਜਿਹੜਾ ਨਾਮ ਸਾਡੇ ਸਰੀਰ ਵਿੱਚ ਗੁਪਤ ਸੀ ਉਹ ਪ੍ਰਗਟ ਹੋ ਗਿਆ, ਉਸ ਨਾਮ ਨੂੰ ਆਪਣੇ ਕੰਨਾਂ ਦੇ ਨਾਲ ਅੰਦਰੋਂ ਸੁਣਨਾ ਸ਼ੁਰੂ ਕਰ ਦਿੱਤਾ।
ਕਿਉਂਕਿ ਸਤਿਗੁਰੂ ਗੁਰਬਾਣੀ ਵਿੱਚ ਸਮਝਾ ਰਹੇ ਕਿ ਗੁਪਤਾ ਨਾਮ ਵਰਤੇ ਵਿੱਚ ਕਲਯੁਗ, ਘਟ ਘਟ ਹਰ, ਘਟ ਕਹਿੰਦੇ ਸਰੀਰ ਨੂੰ, ਮਾਰੇ ਕਹਿੰਦੇ ਹਰ ਇੱਕ ਸਰੀਰ ਦੇ ਅੰਦਰ ਭਰਪੂਰ ਹੈ, ਘਟ ਘਟ ਹਰ ਭਰਪੂਰ ਰਹਿਆ, ਨਾਮ ਰਤਨ ਤਿਨਿ ਹਿਰਦੈ ਪ੍ਰਗਟਿਆ, ਜੋ ਗੁਰ ਸਰਣਾਈ ਭਜ ਪਿਆ। ਮਾਰੇ ਕਹਿੰਦੇ ਜਿਹੜਾ ਗੁਰੂ ਦੀ ਸ਼ਰਨ ਵਿੱਚ ਜਾਊਗਾ, ਜਿਹੜਾ ਸਤਿਗੁਰ ਦੀ ਐਸੇ ਸਾਧੂ ਸੰਤ ਦੀ ਸ਼ਰਨ ਵਿੱਚ ਜਾਊਗਾ, ਉਹਦੇ ਅੰਦਰੋਂ ਇਹ ਨਾਮ ਜਿਹੜਾ ਹੈ ਪ੍ਰਗਟ ਹੋ ਸਕਦਾ ਹੈ। ਤੇ ਮਾਰੇ ਕਹਿੰਦੇ ਜਦੋਂ ਪ੍ਰਗਟ ਹੋਇਆ, ਜਿਸ ਗੁਰਮੁਖ ਨੇ ਉਹ ਨਾਮ ਨੂੰ ਸੁਣਿਆ, ਤੇ ਮਹਾਰਾਜ ਕਹਿੰਦੇ ਉਹਦੇ ਸਾਰੇ ਹੀ ਪਾਪ ਬਿਨਸ ਗਏ, ਭਾਵ ਕੇ ਖਤਮ ਹੋ ਗਏ। ਤਾਂ ਹੀ ਮਹਾਰਾਜ ਸਮਝਾਉਂਦੇ, ਕਹਿੰਦੇ ਸੁਣ ਗੁਰਮੁਖ ਨਾਮ, ਸਭ ਬਿਨਸੇ ਹਉਮੈ ਪਾਪਾ। ਲੇਕਿਨ ਇਹ ਹੋਇਆ ਕਿਵੇਂ? ਕਹਿੰਦੇ ਜਦੋਂ ਜਪਿਆ। ਤੇ ਮਹਾਰਾਜ ਸਮਝਾਉਂਦੇ, ਜਪ ਹਰ ਹਰ, ਜਪ ਹਰ ਹਰ, ਨਾਮ ਮੇਰਾ ਮਨ ਭਾਇਆ RAM। ਕਹਿੰਦੇ ਮੇਰੇ ਮਨ ਨੂੰ ਉਹ ਨਾਮ ਭਾ ਗਿਆ, ਜਿਨਨੇ ਮੇਰੇ ਮਨ ਦੇ ਤਾਂ ਦੋ ਰੋਗ ਦੂਰ ਕਰਨੇ ਸੀ, ਨਾਲ ਤਨ ਦੇ ਸਰੀਰ ਦੇ ਵੀ ਰੋਗ ਮੇਰੇ ਦੂਰ ਹੋ ਗਏ। ਤਾਂ ਹੀ ਮਹਾਰਾਜ ਆਪਾਂ ਨੂੰ ਸਮਝਾਉਂਦੇ, ਕਹਿੰਦੇ ਮੁਖ ਗੁਰਮੁਖ ਸਭ ਰੋਗ ਗਵਾਇਆ RAM। ਕਹਿੰਦੇ ਰੋਗ ਖਤਮ ਹੋ ਗਏ, ਗੁਰਮੁਖ ਸਭ ਜਪ ਰੋਗ ਗਵਾਇਆ, ਅਰੋਗਤ ਭਏ ਸਰੀਰਾ। ਰੋਗਾਂ ਤੋਂ ਅਰੋਗਤ ਹੋ ਗਿਆ ਸਰੀਰ ਵੀ। ਕਿਉਂ? ਕਿਉਂਕਿ ਸੁਰਤ ਨੂੰ ਨਿਰੰਕਾਰ ਦੇ ਨਾਲ ਜੋੜਦੇ ਆ। ਹੁਣ ਆਪਾਂ ਦੇਖਦੇ ਹਾਂ, ਬੰਦ ਕੱਟੇ ਗਏ, ਖੋਪੜੀ ਵੀ ਲੱਥ ਗਈ, ਸਰੀਰ ਤੇ ਆਰਾ ਵੀ ਚੱਲ ਗਿਆ, ਲੇਕਿਨ ਉਹਨਾਂ ਦਾ ਸਰੀਰ ਤਾਂ ਆਪਣੇ ਵਰਗਾ ਸੀ, ਪੰਜ ਭੂਤਕ ਸਰੀਰ, ਪੰਜਾਂ ਤੱਤਾਂ ਦਾ ਬਣਿਆ ਹੋਇਆ ਸਰੀਰ। ਫਿਰ ਐਸੇ ਗੁਰਮੁਖਾਂ ਨੂੰ, ਐਸੇ ਸ਼ਹੀਦ ਸਿੰਘਾਂ ਨੂੰ ਦਰਦ ਕਿਉਂ ਨਹੀਂ ਹੋਈ? ਕਿਉਂਕਿ ਉਹਨਾਂ ਨੇ ਆਪਣੀ ਸੁਰਤ ਸਰੀਰ ਨਾਲੋਂ ਵੱਖ ਕਰਕੇ ਉਸ ਅਨਹਦ ਨਾਮ ਆਪਣੇ ਉਸ ਸ਼ਬਦ ਦੇ ਨਾਲ ਜੋੜ ਲਈ ਸੀ। ਕਿਉਂਕਿ ਸਰੀਰ 'ਚ ਦੁੱਖ ਹੁੰਦਾ, ਸਰੀਰ ਨੂੰ ਮਹਿਸੂਸ ਕਰਦਾ ਸਰੀਰ, ਲੇਕਿਨ ਜੇ ਸਾਡੀ ਸੁਰਤ ਸਰੀਰ ਤੋਂ ਅਲੱਗ ਹੋ ਕੇ ਨਾਮ ਨਾਲ ਜੁੜ ਜਾਂਦੀ ਹੈ, ਸੁਰਤ ਸਾਡੀ ਉਸ ਅਨਹਦ ਦੇ ਨਾਲ ਜੁੜ ਜਾਂਦੀ ਹੈ, ਤੇ ਮਹਾਰਾਜ ਕਹਿੰਦੇ ਫਿਰ ਸਰੀਰ ਨੂੰ ਕੋਈ ਵੀ ਫਰਕ ਨਹੀਂ ਪੈਂਦਾ। ਭਾਵੇਂ ਬੰਦ ਵੀ ਕੱਟਿਆ ਜਾਵੇ, ਖੋਪਰ ਵੀ ਲੱਥ ਜਾਵੇ, ਆਰਾ ਵੀ ਚੱਲ ਜਾਵੇ, ਕਿੰਨੇ ਵੀ ਸਰੀਰ ਤੇ ਤਸੀਹੇ ਆ ਜਾਣ, ਉਹ ਸਰੀਰ ਨੂੰ ਦੁੱਖ ਨੂੰ ਮਹਿਸੂਸ ਨਹੀਂ ਕਰਦਾ, ਕਿਉਂਕਿ ਧਿਆਨ ਦੀ ਹੀ ਸਾਰੀ ਖੇਲ ਹੈ। ਹੁਣ ਜਿਵੇਂ ਆਪਾਂ ਦੁਨਿਆਵੀ ਰੂਪ ਵਿੱਚ ਦੇਖੀਏ ਕਿ ਆਪਾਂ ਸਾਡੀ ਜਿਹੜੀ ਅਨਦਿਨ ਸਮਾਧ ਕਿਵੇਂ ਲੱਗ ਸਕਦੀ, ਮਹਾਰਾਜ ਕਹਿੰਦੇ ਅਨਦਿਨ ਸਹਿਜ ਸਮਾਧ ਹਰ ਲਾਗੀ। ਕਿਵੇਂ ਲੱਗੀ? ਕਹਿੰਦੇ ਹਰ ਜਪਿਆ ਗਹਿਰ ਗੰਭੀਰਾ। ਮਹਾਰਾਜ ਕਹਿੰਦੇ ਜਪਦਿਆਂ ਜਿਹੜੀ ਸਾਡੀ ਸੁਰਤ ਹੈ, ਉਹ ਐਸੀ ਸਹਿਜ ਦੇ ਵਿੱਚ ਚਲੇ ਗਈ, ਜਿੱਥੇ ਮਨ ਦੀ ਸਮਾਧੀ ਲੱਗ ਗਈ, ਸਰੀਰ ਭਾਵੇਂ ਕਿਸੇ ਵੀ ਅਵਸਥਾ ਵਿੱਚ ਬੈਠਾ ਹੈ। ਫਿਰ ਮਹਾਰਾਜ ਗੁਰਬਾਣੀ ਵਿੱਚ ਸਮਝਾ ਰਹੇ। ਹੁਣ ਜਿਵੇਂ ਕਈ ਗੁਰਮੁਖ ਇੱਥੇ ਸਵਾਲ ਵੀ ਕਰਦੇ ਨੇ ਕਿ ਉਹ ਤਾਂ ਸਿੱਖ ਧਰਮ ਦਾ ਹੈ, ਉਹ ਤਾਂ ਗੁਰਬਾਣੀ ਪੜ੍ਹ ਕੇ ਮੁਕਤ ਹੋ ਸਕਦਾ ਏ, ਨਾਮ ਜਪ ਕੇ ਮੁਕਤ ਹੋ ਸਕਦਾ ਏ, ਲੇਕਿਨ ਦੂਸਰੇ ਧਰਮਾਂ ਵਾਲੇ ਕੀ ਕਰਨਗੇ? ਕਿਉਂਕਿ ਰੋਜ਼ ਹੀ ਕੋਈ ਨਾ ਕੋਈ ਗੁਰਮੁਖ ਇਹ ਸਵਾਲ ਜ਼ਰੂਰ ਕਰਦਾ ਹੈ ਕਿ ਇਸ ਧਰਮ ਵਿੱਚ ਜਾਂ ਇਸ ਹੀ ਗ੍ਰੰਥ ਦੇ ਵਿੱਚ ਲਿਖਿਆ ਹੈ ਕਿ ਜੀਵ ਬਾਣੀ ਪੜ੍ਹ ਕੇ ਜਾਂ ਸਿਮਰਨ ਕਰਕੇ ਮੁਕਤ ਹੋ ਸਕਦਾ ਹੈ। ਤੇ ਆਪਾਂ ਵਿਚਾਰ ਵੀ ਕਰਦੇ ਹਾਂ, ਜਿਵੇਂ ਕਿ ਭਗਤ ਕਬੀਰ ਜੀ, ਭਗਤ ਫਰੀਦ ਜੀ, ਉਹ ਮੁਸਲਮ ਧਰਮ ਦੇ ਹੋਏ ਨੇ, ਲੇਕਿਨ ਉਹਨਾਂ ਨੂੰ ਆਪਾਂ ਨਮਸਕਾਰ ਕਰਦੇ ਹਾਂ ਕਿਉਂਕਿ ਉਹਨਾਂ ਨੇ ਵੀ ਜਪਿਆ। ਇੱਥੇ ਵੀ ਸਤਿਗੁਰ ਅੱਜ ਇਹੋ ਸਮਝਾ ਰਹੇ, ਬੜੇ ਧਿਆਨ ਨਾਲ ਸੁਣਨਾ ਕਿਹੜੇ ਬਚਨ ਸਮਝਾ ਰਹੇ। ਮਾਰੇ ਕਹਿੰਦੇ ਜਾਤ ਅਜਾਤ, ਭਾਵੇਂ ਕਿਸੇ ਦੀ ਉੱਚੀ ਜਾਤ ਹੈ ਤੇ ਭਾਵੇਂ ਕਿਸੇ ਨੂੰ ਹੰਕਾਰੀ ਉੱਚੀ ਜਾਤ ਵਾਲਾ ਨੀਵੀਂ ਜਾਤ ਵਾਲਾ ਸਮਝਦਾ ਹੈ, ਉਹਨੂੰ ਅਜਾਤ ਕਹਿ ਦਿੰਦੇ ਨੇ। ਕਹਿੰਦੇ ਜਾਤ ਅਜਾਤ ਨਾਮ ਜਿਨ ਧਿਆਇਆ। ਕਹਿੰਦੇ ਭਾਵੇਂ ਉੱਚੀ ਜਾਤ ਭਾਵੇਂ ਨੀਵੀਂ ਜਾਤ, ਗੱਲ ਹੀ ਨਾਮ ਦੀ ਹੈ, ਗੱਲ ਹੀ ਸਿਮਰਨ ਦੀ ਹੈ। ਕਹਿੰਦੇ ਜਿਨਨੇ ਨਾਮ ਧਿਆ ਲਿਆ, ਤਿੰਨ ਪਰਮ ਪਦਾਰਥ ਪਾਇਆ। ਕਹਿੰਦੇ ਉਹਨੇ ਹੀ ਉਸ ਮਾਲਕ ਨਿਰੰਕਾਰ ਨੂੰ ਪਾ ਲਿਆ, ਉਹਨੇ ਪਰਮ ਪਦਾਰਥ ਪਾ ਲਿਆ, ਜਿਹੜਾ ਪਰਮ ਪਦਾਰਥ ਇਸ ਕਾਇਆ ਦੇ ਅੰਦਰ ਨਾਮ ਦੇ ਰੂਪ ਵਿੱਚ ਚੱਲ ਰਿਹਾ। ਫੇਰ ਮਹਾਰਾਜ ਸਮਝਾਉਂਦੇ, ਕਹਿੰਦੇ ਜਾਤ ਅਜਾਤ ਨਾਮ ਜਿਨ ਧਿਆਇਆ, ਤਿੰਨ ਪਰਮ ਪਦਾਰਥ ਪਾਇਆ, ਜਪ ਹਰ ਹਰ ਨਾਮ ਮੇਰਾ ਮਨ ਭਾਇਆ। ਸਤਿਗੁਰ ਕਹਿੰਦੇ ਫਿਰ ਆਪਾਂ ਜਦੋਂ ਜਪਿਆ ਤੇ ਉਹ ਨਾਮ ਮੇਰੇ ਮਨ ਨੂੰ ਬਹੁਤ ਹੀ ਜ਼ਿਆਦਾ ਮਿੱਠਾ ਲੱਗਣ ਲੱਗ ਗਿਆ। ਹੁਣ ਆਪਾਂ ਸਤਿਗੁਰੂ ਗੁਰਬਾਣੀ ਦੇ ਵਿੱਚ ਆਪਾਂ ਨੂੰ ਬਹੁਤ ਸਾਰਾ ਗਿਆਨ ਬਖਸ਼ਿਸ਼ ਕਰਦੇ ਨੇ। ਮਹਾਰਾਜ ਸਮਝਾਉਂਦੇ ਕਿ ਦੇਖੋ, ਜਿੰਨਾ ਚਿਰ
ਆਪਾਂ ਗੁਰੂ ਦੀ ਸ਼ਰਨ 'ਚ ਜਾ ਕੇ ਉਸ ਮਾਲਕ ਨਿਰੰਕਾਰ ਦਾ ਭੇਤ ਨਹੀਂ ਲੈ ਲੈਂਦੇ, ਆਪਾਂ ਨੂੰ ਓਨਾ ਚਿਰ ਇਹ ਸਤਿਗੁਰ ਦੀ ਬਾਣੀ ਦੀ ਔਰ ਮਾਨਸ ਜਾਮੇ ਦਾ ਜਿਹੜਾ ਹੈ ਉਹ ਭੇਤ ਨਹੀਂ ਆਉਂਦਾ। ਹੁਣ ਆਪਾਂ ਦੇਖਦੇ ਹਾਂ ਕਿ ਬਹੁਤ ਆਪਣੇ ਘਰਾਂ ਦੇ ਵਿੱਚ ਹਰ ਇੱਕ ਜੀਵ ਦਾ ਵਿਆਹ ਹੁੰਦਾ ਹੈ, ਸ਼ਾਦੀ ਹੁੰਦੀ ਹੈ। ਉਸ ਸਮੇਂ ਸ਼ਬਦ ਪੜ੍ਹੇ ਜਾਂਦੇ ਨੇ, 4 ਲਾਵਾਂ ਵੀ ਪੜ੍ਹੀਆਂ ਜਾਂਦੀਆਂ ਨੇ। 4 ਲਾਵਾਂ ਜਿਹੜੀਆਂ ਨੇ ਚਾਰੇ ਦੀਆਂ ਚਾਰੇ ਮਾਲਕ ਨੂੰ ਮਿਲਦੀਆਂ ਅਵਸਥਾ ਨੇ, ਜਿਹੜੀਆਂ ਕਿ ਸਤਿਗੁਰੂ ਜੀ ਨੇ ਕਿਰਪਾ ਕੀਤੀ, ਆਪਾਂ ਨੇ ਉਹ YouTube ਚੈਨਲ ਦੇ ਉੱਪਰ ਬਣਾ ਕੇ ਪਾਈਆਂ। ਤੇ ਅੱਜ ਵਿਚਾਰ ਕਰਦੇ ਹਾਂ ਕਿ ਜਿਹੜਾ ਲਾਵਾਂ ਤੋਂ ਪਹਿਲੋਂ, ਆਨੰਦ ਕਾਰਜ ਤੋਂ ਪਹਿਲੋਂ ਸ਼ਬਦ ਪੜ੍ਹਿਆ ਜਾਂਦਾ ਹੈ, ਉਸ ਵਿੱਚ ਸਤਿਗੁਰੂ ਆਪਾਂ ਨੂੰ ਕੀ ਸਮਝਾ ਰਹੇ ਨੇ। ਮਹਾਰਾਜ ਸਮਝਾਉਂਦੇ, ਪੂਰੀ ਆਸਾ ਜੀ ਮੇਰੀ ਮਨਸਾ। ਆਪਾਂ ਪੜ੍ਹਦੇ ਹਾਂ, ਪੂਰੀ ਆਸਾ ਜੀ ਮੇਰੀ ਮਨਸਾ, ਮਨਸਾ ਮੇਰੇ RAM ਪੂਰੀ ਆਸਾ। ਆਪਾਂ ਹੁਣ ਇਸ ਸ਼ਬਦ ਦੇ ਵਿੱਚ ਸਤਿਗੁਰੂ ਕੀ ਸਮਝਾ ਰਹੇ, ਕਹਿੰਦੇ ਜਿਹੜਾ ਸੰਸਾਰ ਦੇ ਵਿੱਚ ਅਸੀਂ ਮਾਨਸ ਜਾਮਾ ਲੈ ਕੇ ਆਏ ਤੇ ਜਿਹੜੀ ਆਸ ਸੀ ਸੰਸਾਰ ਦੇ ਵਿੱਚ ਆ ਕੇ ਸਾਨੂੰ ਮਾਲਕ ਨੂੰ ਮਿਲਣ ਦੀ, ਉਹ ਮੇਰੀ ਪੂਰੀ ਹੋ ਗਈ। ਜਿਹੜਾ ਜੀਵ ਸਤਿਗੁਰੂ ਨੂੰ ਮਿਲਦਾ ਹੈ, ਕਿਉਂਕਿ ਸਤਿਗੁਰੂ ਪੰਚਮ ਪਾਤਸ਼ਾਹ ਚੌਥੇ ਘਰ ਦੇ ਵਿੱਚ ਉਹ ਸਮਝਾਉਂਦੇ ਨੇ, ਬੜੇ ਵਿਰਾਗੀ ਹੋ ਕੇ ਇਹ ਸ਼ਬਦ ਉਹਨਾਂ ਨੇ ਉਚਾਰਨ ਕੀਤਾ। ਕਹਿੰਦੇ ਆਸ ਪੂਰੀ ਕਿਵੇਂ ਹੋਈ, ਕਹਿੰਦੇ ਜਦੋਂ ਮੈਂ ਜਪਿਆ, ਉਸ ਮਾਲਕ ਨੂੰ ਧਿਆਇਆ, ਉਸ ਮਾਲਕ ਨੇ ਨਾ ਤੇ ਮੇਰੇ ਗੁਣ ਵੇਖੇ ਕਿ ਮੇਰੇ ਵਿੱਚ ਗੁਣ ਕਿੰਨੇ ਸੀ, ਨਾ ਪਰਮਾਤਮਾ ਨੇ ਮੇਰੇ ਔਗੁਣ ਦੇਖੇ ਕਿ ਮੇਰੇ ਵਿੱਚ ਔਗੁਣ ਕਿੰਨੇ ਸੀ। ਸਤਿਗੁਰੂ ਇੱਥੇ ਤਾਂ ਹੀ ਸਮਝਾ ਰਹੇ ਕਿ ਜੋ ਸਤਿਗੁਰੂ ਗੁਰਬਾਣੀ ਵਿੱਚ ਵੀ ਸਮਝਾ ਰਹੇ ਕਿ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ। ਸਤਿਗੁਰੂ ਕਹਿੰਦੇ ਪਤਾ ਨਹੀਂ ਕਿੰਨੇ ਜਨਮਾਂ ਦੀ ਮੈਲ ਸੀ, ਕਿੰਨੇ ਕੁ ਜਨਮਾਂ ਦਾ ਪਾਪ ਸੀ, ਪਰ ਜਦੋਂ ਜਪਿਆ, ਸੁਰਤ ਨੇ ਇਕਾਗਰ ਹੋ ਕੇ ਇੱਕ ਚਿੱਤ ਹੋ ਕੇ ਧਿਆਇਆ ਤੇ ਪਰਮਾਤਮਾ ਨੇ ਐਸੀ ਕਿਰਪਾ ਕੀਤੀ, ਮੇਰੀ ਸੁਰਤ ਦਾ ਐਸਾ ਟਿਕਾ ਬਣਿਆ ਕਿ ਨਾ ਮੇਰੇ ਔਗੁਣ ਦੇਖੇ, ਨਾ ਉਹਨੇ ਮੇਰੇ ਅਵਗੁਣ ਦੇਖੇ ਤੇ ਨਾ ਹੀ ਕੋਈ ਗੁਣ ਦੇਖਿਆ। ਮੈਨੂੰ ਇੱਕ ਖਿਣ ਦੇ ਵਿੱਚ ਹੀ ਮਾਲਕ ਨੇ ਬਖਸ਼ ਲਿਆ। ਮਹਾਰਾਜ ਸਮਝਾਉਂਦੇ ਆ, ਗੁਣ ਅਵਗੁਣ ਮੇਰਾ ਕਿਛ ਨਾ ਵਿਚਾਰਿਆ, ਬਖਸ਼ ਲਿਆ ਖਿਣ ਮਾਹੀ। ਫਿਰ ਮਹਾਰਾਜ ਕਹਿੰਦੇ, ਨੌ ਨਿਧ ਪਾਈ ਵੱਜੀ ਵਧਾਈ। ਕਹਿੰਦੇ ਫਿਰ ਜਦੋਂ ਜਪਿਆ ਤੇ ਅੰਦਰ ਜਿਵੇਂ ਆਪਾਂ ਦੇਖਦੇ ਹਾਂ ਆਪਣੇ ਘਰਾਂ ਦੇ ਵਿੱਚ ਵਿਆਹ ਸ਼ਾਦੀ ਜਾਂ ਖੁਸ਼ੀ ਦਾ ਮਾਹੌਲ ਹੁੰਦਾ ਹੈ, ਵਿਆਹ ਸ਼ਾਦੀ ਦਾ, ਉਸ ਸਮੇਂ ਗੀਤ ਸੰਗੀਤ ਵਾਜੇ ਵੱਜਦੇ ਨੇ। ਮਹਾਰਾਜ ਕਹਿੰਦੇ ਮੇਰੇ ਅੰਦਰ ਉਹ ਅਨਹਦ ਦੇ ਤੂਰ ਵੱਜਣੇ ਸ਼ੁਰੂ ਹੋ ਗਏ, ਉਹ ਅਨਹਦ ਦੇ ਵਾਜੇ ਵੱਜਣੇ ਸ਼ੁਰੂ ਹੋ ਗਏ। ਸਤਿਗੁਰ ਤਾਂ ਹੀ ਆਪਾਂ ਨੂੰ ਸਮਝਾ ਰਹੇ, ਕਹਿੰਦੇ ਨੌ ਨਿਧ ਪਾਈ ਵੱਜੀ ਵਧਾਈ, ਵਾਜੇ ਅਨਹਦ ਤੂਰੇ। ਤੇ ਫਿਰ ਕੀ ਹੋਇਆ, ਜਦੋਂ ਤੂਰ ਵੱਜਦੇ ਜਾ ਰਹੇ ਨੇ, ਜਦੋਂ ਅਨਹਦ ਵਾਜੇ ਸਾਡੇ ਅੱਗੇ ਵੱਜਦੇ ਨੇ, ਤੇ ਉਹ ਜਿਹੜਾ ਜੀਵ ਹੈ ਉਹ ਆਪਣੀ ਹੋਣ ਵਾਲੀ ਘਰ ਵਾਲੀ ਨੂੰ, ਹੋਣ ਵਾਲੀ ਸਿੰਘਣੀ ਨੂੰ ਵਿਆਹ ਕੇ ਲੈ ਆਉਂਦਾ ਹੈ। ਇੱਥੇ ਮਨ ਨੂੰ ਉਹ ਗੁਰਮੁਖ ਆਖਿਆ ਗਿਆ, ਇੱਥੇ ਉਹ ਸ਼ਬਦ ਨੂੰ ਗੁਰਮੁਖ ਆਖਿਆ ਗਿਆ, ਜਿਹੜਾ ਨਾਮ ਚੱਲ ਰਿਹਾ ਉਹਨੂੰ ਗੁਰਮੁਖ ਆਖ ਦਿੱਤਾ। ਸਾਡੀ ਸੁਰਤ ਨੂੰ ਇੱਥੇ ਵਹੁਟੀ ਜਾਂ ਘਰ ਵਾਲੀ ਕਹਿ ਲਈਏ ਜਾਂ ਇਸਤਰੀ ਕਹਿ ਲਈਏ ਆਖ ਦਿੱਤਾ ਕਿ ਉਹ ਸ਼ਬਦ ਮੇਰੀ ਸੁਰਤ ਨੂੰ ਵਿਆਹ ਕੇ ਉਸ ਘਰ ਦੇ ਵਿੱਚ ਲੈ ਗਿਆ, ਜਿਸ ਘਰ ਦੇ ਵਿੱਚੋਂ ਉਹ ਸ਼ਬਦ ਪ੍ਰਗਟ ਹੋ ਰਿਹਾ ਸੀ, ਜਿਸ ਨਿਰੰਕਾਰ ਦੇ ਘਰ ਦੇ ਵਿੱਚੋਂ ਉਹ ਨਾਮ ਪ੍ਰਗਟ ਹੋ ਰਿਹਾ ਸੀ। ਤਾਈਓ ਮਹਾਰਾਜ ਕਹਿੰਦੇ, ਕਹੋ ਨਾਨਕ ਮੈਂ ਵਰ, ਵਰ ਕਹਿੰਦੇ ਆ ਪਤੀ ਨੂੰ। ਮਹਾਰਾਜ ਕਹਿੰਦੇ, ਕਹੋ ਨਾਨਕ ਮੈਂ ਵਰ ਘਰ ਪਾਇਆ, ਮੇਰੇ ਲੱਥ ਆਪ ਕਈ ਜਨਮਾਂ ਦੇ, ਕਿ ਮੈਂ ਜਨਮ ਜਨਮ ਇਸ ਸੰਸਾਰ ਵਿੱਚ ਭਟਕ ਰਿਹਾ ਸੀ, ਉਹ ਸਾਰੇ ਦੇ ਸਾਰੇ ਖਤਮ ਹੋ ਗਏ। ਮੈਂ ਮਾਲਕ ਨੂੰ, ਨਿਰੰਕਾਰ ਨੂੰ ਪਾ ਲਿਆ। ਤਾਂ ਹੀ ਮਹਾਰਾਜ ਆਪਾਂ ਨੂੰ ਵੀ ਗੁਰਬਾਣੀ ਵਿੱਚ ਇਹ ਗਿਆਨ ਬਖਸ਼ਿਸ਼ ਕਰਦੇ ਨੇ ਕਿ ਜਿੰਨਾ ਚਿਰ ਆਪਾਂ ਸਿਮਰਨ ਨਹੀਂ ਕਰਦੇ, ਜਿੰਨਾ ਚਿਰ ਆਪਾਂ ਨਾਮ ਨਹੀਂ ਜਪਦੇ, ਜਿੰਨਾ ਚਿਰ ਸੰਗਤ ਵਿੱਚ ਆ ਕੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਗਿਆਨ ਨਹੀਂ ਲੈਂਦੇ, ਉਹਨਾਂ ਚਿਰ ਸਾਨੂੰ ਇਸ ਚੀਜ਼ ਦਾ ਪਤਾ ਨਹੀਂ ਹੁੰਦਾ। ਹੁਣ ਵਿਆਹ ਦੀ ਹੀ ਗੱਲ ਕੀਤੀ ਹੈ ਤਾਂ ਬਹੁਤ ਸੌਖੀ ਸਮਝ ਆ ਗਈ, ਕਿਉਂਕਿ ਇਹ ਸ਼ਬਦ ਅਕਸਰ ਲੋਕ ਆਪਾਂ ਗੁਰੂ ਘਰ ਜਾ ਕੇ ਜਦੋਂ ਵਿਆਹੁਣ ਜਾਂਦੇ ਹਾਂ ਤੇ ਆਪਾਂ ਸਰਵਣ ਕਰਦੇ ਹਾਂ, ਜਿਹੜੇ ਕਿ ਪਾਠੀ ਸਿੰਘ ਉੱਥੇ ਪੜ੍ਹਦੇ ਨੇ, ਗੁਰਮੁਖ ਗੁਰੂ ਘਰ ਦੇ ਚਾਕਰ ਉੱਥੇ ਪੜ੍ਹਦੇ ਨੇ। ਉਸ ਤੋਂ ਪਹਿਲਾਂ ਵੀ ਸ਼ਬਦ ਪੜ੍ਹੇ ਜਾਂਦੇ ਨੇ ਘਰਾਂ ਦੇ ਵਿੱਚ। ਘਰਾਂ ਦੇ ਵਿੱਚ ਸ਼ਬਦ ਕੀ ਪੜ੍ਹਿਆ ਜਾਂਦਾ ਹੈ
ਕਿ ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਆਸੀਸੜੀਆਂ। ਅੱਗੇ ਆਪਾਂ ਬੇਨਤੀ ਕਰਨੀ ਹੈ ਕਿ ਸਤਿਗੁਰ ਕਿਰਪਾ ਕਰੋ, ਇਹ ਗੁਰਮੁਖੋ ਸਾਡੇ ਤੇ ਵੀ ਕਿਰਪਾ ਕਰੋ ਕਿ ਤੁਸੀਂ ਅਸ਼ੀਸ ਤੇ ਆਸ਼ੀਰਵਾਦ ਦਿਓ। ਜਿਵੇਂ ਤੁਸੀਂ ਮਾਲਕ ਪ੍ਰਮਾਤਮਾ ਨੂੰ ਪਾਇਆ, ਸਤਿਗੁਰ ਕਿਰਪਾ ਕਰਨ ਅਸੀਂ ਵੀ ਉਸ ਨਿਰੰਕਾਰ ਨੂੰ ਪਾਈਏ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਆਸੀਸੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਕਿ ਸਾਡਾ ਵੀ ਉਸ ਮਾਲਕ ਨਿਰੰਕਾਰ ਦੇ ਨਾਲ ਮੇਲ ਹੋ ਜਾਵੇ, ਜਿਸ ਮਾਲਕ ਨਿਰੰਕਾਰ ਮਾਨਸ ਜਾਮੇ ਦਾ ਭੇਤ ਲੈ ਕੇ ਕੀਤਾ ਹੈ। ਸਤਿਗੁਰੂ ਇਸੇ ਕਰਕੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੁਆਰਾ ਸਾਨੂੰ ਇਹ ਗਿਆਨ ਬਖਸ਼ਿਸ਼ ਕਰਦੇ ਨੇ। ਇਸੇ ਕਰਕੇ ਗੁਰਮੁਖ ਪਿਆਰਿਓ, ਜਿੰਨਾ ਚਿਰ ਆਪਾਂ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਗਿਆਨ ਆਪਾਂ ਨੂੰ ਖੁਦ ਨੂੰ ਪਤਾ ਨਹੀਂ ਲੱਗਦਾ, ਉਹਨਾਂ ਚਿਰ ਆਪਾਂ ਉਸ ਨਿਰੰਕਾਰ, ਉਸ ਪਿਤਾ ਵਾਹਿਗੁਰੂ ਮਾਲਕ ਦੇ ਉਹ ਜਿਹੜਾ ਰਸਤਾ ਹੈ ਉਸ ਤੇ ਚੱਲ ਨਹੀਂ ਸਕਦੇ। ਸੋ ਸਤਿਗੁਰੂ ਇਸੇ ਕਰਕੇ